A very good morning, dear students. Here, your English teacher, Miss Paramveer Kaur, and today we are going to study the next type of determiner, that is quantitative determiner. Now, as its name suggests, that quantitative means it is totally related with the quantity. ਇਹ ਸਾਰੇ ਦਾ ਸਾਰਾ quantity ਦੇ ਨਾਲ related ਆ. They are used to convey how much. ਇਹ ਕਹਿੰਦੇ ਜਿਹੜੇ quantitative determiners ਆ ਇਹ use ਹੁੰਦੇ ਆ ਜਦੋਂ ਆਪਾਂ ਕਨਵੇ ਕਰਨਾ ਹੋਵੇ, ਮਤਲਬ ਦੱਸਣਾ ਹੋਵੇ ਕਿ ਹਾਊ ਮਚ ਕਿੰਨਾ ਜ਼ਿਆਦਾ। ਹੁਣ ਇਹਨਾਂ ਦੀਆਂ ਟਾਈਪਸ ਇਹਦੇ ਵਿੱਚ ਦੇਖਦੇ ਹਾਂ ਕਿਹੜੇ ਕਿਹੜੇ ਡਿਟਰਮੀਨਰਸ ਇਨਕਲੂਡਡ ਆ। ਫॉर एग्जांपल a little, many, much, some, any, enough, more and less, etc. So these are some determiners which are included in quantitative determiners. Now let us discuss these determiners one by one. Number one is little. Now what do we mean by little? It is used for very small quantity and almost negligible. ਕਹਿੰਦੇ ਜਿਹੜਾ ਲਿਟਲ ਆ ਇਹ ਹਮੇਸ਼ਾ ਬਹੁਤ ਹੀ ਛੋਟੀ ਕੁਐਂਟਿਟੀ ਦੇ ਲਈ ਤੇ ਅਕਸਰ ਆਲਮੋਸਟ ਨੈਗਲੀਜੀਬਲ ਹੁੰਦਾ ਵਾ ਰਾਜੇ ਕਿ ਨਾ ਮਾਤਰ ਜਿਹੜੀ ਚੀਜ਼ ਆ ਉਹਦੇ ਲਈ ਯੂਜ਼ ਕੀਤਾ ਜਾਂਦਾ ਵਾ। ਦੇਰ ਇਜ਼ ਲਿਟਲ ਹੋਪ ਆਫ ਹਿਸ ਸਰਵਾਈਵਲ ਆਫਟਰ ਦੀ ਫੈਟਲ ਐਕਸੀਡੈਂਟ। ਇੱਥੇ ਕਹਿੰਦੇ ਬਹੁਤ ਘੱਟ ਹੋਪ ਆ ਕਿ ਉਹ ਬਚ ਸਕੇਗਾ ਸਰਵਾਈਵ ਕਰਨ ਦੇ ਉਹਦੇ ਇੰਨੇ ਭਿਆਨਕ ਐਕਸੀਡੈਂਟ ਤੋਂ ਬਾਅਦ, ਮਤਲਬ ਕਿ ਆਲਮੋਸਟ ਨਾ ਮਾਤਰ, ਆਲਮੋਸਟ ਨੈਗਲੀਜੀਬਲ। ਆਲ ਰਾਈਟ, ਸੋ ਜਿੱਥੇ ਕੀ ਆ ਬਹੁਤ ਛੋਟੀ ਕੁਐਂਟਿਟੀ ਆ ਅਤੇ ਆਲਮੋਸਟ ਨਾ ਮਾਤਰਾ ਉੱਥੇ ਆਪਾਂ ਯੂਜ਼ ਕਰਦੇ ਹਾਂ ਲਿਟਲ। ਸੈਕਿੰਡ ਹੈ ਅ ਲਿਟਲ, ਅ ਸਮੋਲ ਕੁਐਂਟਿਟੀ। ਇਹਦਾ ਮਤਲਬ ਬਹੁਤ ਛੋਟੀ ਕੁਐਂਟਿਟੀ ਦੇ ਵਿੱਚ। ਐਵਰੀ ਚਾਈਲਡ ਲੀਵਸ ਅ ਲਿਟਲ ਮਿਲਕ ਇਨ ਦੇ ਗਲਾਸ। ਹਰੇਕ ਬੱਚਾ ਕਹਿੰਦੇ ਜਿਹੜਾ ਥੋੜ੍ਹਾ ਬਹੁਤਾ ਜਿਹੜਾ ਕੀ ਆ ਮਿਲਕ ਉਹ ਗਲਾਸ ਦੇ ਵਿੱਚ ਛੱਡ ਦਿੰਦਾ ਹੈ ਜਦੋਂ ਵੀ ਉਹ ਮਿਲਕ ਪੀਂਦਾ ਹੈ। ਸੋ ਇਹ ਕੀ ਹੈ ਕਿ ਬਹੁਤ ਸਮੋਲ ਛੋਟੀ ਜਿਹੀ ਕੁਐਂਟਿਟੀ। ਇਹ ਤਾਂ ਨਹੀਂ ਹੈਗਾ ਹੁਣ ਕਿ ਹਰੇਕ ਬੱਚਾ ਅੱਧਾ ਗਲਾਸ ਜਿਹੜਾ ਜਿਵੇਂ ਫੋਰ ਐਗਜ਼ਾਮਪਲ ਕਿਸੇ ਦੀ ਮਦਰ ਨੇ ਬੱਚੇ ਨੂੰ ਇੱਕ ਗਲਾਸ ਦਿੱਤਾ ਮਿਲਕ ਦਾ, ਹੁਣ ਇਹ ਥੋੜ੍ਹੀ ਹੈ ਕਿ ਬੱਚਾ ਅੱਧਾ ਗਲਾਸ ਛੱਡੂਗਾ। ਸਮੋਲ ਕੁਐਂਟਿਟੀ ਕਿ ਥੋੜ੍ਹਾ ਬਹੁਤਾ ਜਿਹੜਾ ਕੀ ਹੈ ਮਿਲਕ ਹਰੇਕ ਬੱਚਾ ਛੱਡ ਦਿੰਦਾ ਹੈ ਗਲਾਸ ਦੇ ਵਿੱਚ। ਆਲ ਰਾਈਟ, ਥਰਡ ਦੀ ਲਿਟਲ, all of the small quantity that is there। ਸਾਰਿਆਂ ਤੋਂ ਛੋਟੀ small quantity ਜਿੰਨੀ ਵੀ ਉੱਥੇ ਹੋਵੇ। he gambled the little money he had। ਕਹਿੰਦੇ ਉਸਨੇ ਕੀ ਆ ਜਿੰਨੀ ਵੀ ਉਹਦੇ ਕੋਲ ਥੋੜ੍ਹੀ ਬਹੁਤੀ ਮਨੀ ਸੀਗੀ ਉਹਨੇ ਸਾਰੀ ਦੀ ਸਾਰੀ ਜੂਏ ਦੇ ਵਿੱਚ ਲਗਾ ਦਿੱਤੀ। ਸੋ ਦ ਲਿਟਲ ਕੀ ਹੋ ਗਿਆ ਕਿ ਜਿੰਨੀ ਵੀ ਚੀਜ਼ ਹੈਗੀ ਆ ਉਹਦੀ ਸਮੋਲ ਕੁਐਂਟਿਟੀ ਦੇ ਵਿੱਚ। All right, next has some, used with uncountable singular nouns or with countable plural nouns and to convey a small quantity। Again ਇਹ ਵੀ ਕੀ ਕਹਿੰਦੇ ਇੱਕ small quantity ਨੂੰ show ਕਰਨ ਦੇ ਲਈ use ਕੀਤਾ ਜਾਂਦਾ, ਪਰ ਕਿੱਥੇ ਜਿੱਥੇ uncountable ਨਾ ਗਿਣਨ ਵਾਲੇ ਸਿੰਗੂਲਰ ਨਾਊਨ ਆ। ਯਾਦ ਰੱਖਿਓ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਿੰਗੂਲਰ ਨਾਊਨ ਕੀ ਹੁੰਦੇ ਆ। ਔਰ ਵਿਦ ਕਾਊਂਟੇਬਲ ਪਲੂਰਲ ਨਾਊਨਸ, ਜਾਂ ਫਿਰ ਜਿਹੜੇ ਗਿਣੇ ਜਾ ਸਕਦੇ ਆ ਪਲੂਰਲ ਨਾਊਨਸ ਉਹਨਾਂ ਦੇ ਨਾਲ। ਜਨਰਲੀ ਇਟ ਇਜ਼ ਯੂਜ਼ਡ ਇਨ ਅਫਰਮੇਟਿਵ ਸੈਂਟੈਂਸਸ। ਇਸ ਤੋਂ ਇਲਾਵਾ ਕਹਿੰਦੇ ਜਿਹੜਾ ਇਹ ਸਮ ਆ ਇਹ ਆਪਾਂ ਯੂਜ਼ ਕਰਦੇ ਹਾਂ ਅਫਰਮੇਟਿਵ ਪੋਜ਼ੀਟਿਵ ਸੈਂਟੈਂਸਸ ਦੇ ਵਿੱਚ। ਲੈਟ ਅਸ ਸੀ ਇਟਸ ਵਨ ਐਗਜ਼ਾਮਪਲ, ਦੇਅਰ ਇਜ਼ ਸਮ ਵਾਟਰ ਇਨ ਦੀ ਜੱਗ। ਇਹਦਾ ਮਤਲਬ ਕੀ ਹੋ ਗਿਆ ਕਿ ਜੱਗ ਦੇ ਵਿੱਚ ਥੋੜ੍ਹਾ ਪਾਣੀ ਹੈ। ਗਿਵ ਮੀ ਸਮ ਮਿਲਕ, ਮੈਨੂੰ ਥੋੜ੍ਹਾ ਮਿਲਕ ਦਿਓ। ਦੇਅਰ ਆਰ ਸਮ ਗ੍ਰੇਟ ਪਲੇਅਰਸ ਇਨ ਇੰਡੀਅਨ ਟੀਮ, ਕਿ ਇੰਡੀਅਨ ਟੀਮ ਦੇ ਵਿੱਚ ਬਹੁਤ ਥੋੜ੍ਹੇ ਸਮ ਕੀ ਆ ਵਧੀਆ ਖਿਡਾਰੀ ਹਨ। ਸੋ ਇੱਥੇ ਮਤਲਬ ਕੀ ਹੈ ਇਹ ਸਾਰੇ ਪੋਜ਼ੀਟਿਵ ਆ ਕਿ ਦੇਅਰ ਇਜ਼ ਸਮ ਵਾਟਰ, ਸਮ ਮਿਲਕ ਐਂਡ ਸਮ ਗ੍ਰੇਟ ਪਲੇਅਰਸ। ਸੋ ਇਹ ਕੀ ਹੋ ਗਿਆ ਰਾਜੇ ਅਫਰਮੇਟਿਵ ਸੈਂਟੈਂਸਸ ਦੇ ਵਿੱਚ ਯੂਜ਼ ਹੁੰਦਾ ਵਾ। ਅਤੇ ਇਹਦੇ ਨਾਲ ਆਪਾਂ ਕੀ ਕੀਤਾ ਸੀਗਾ ਕਿ ਅਨਕਾਊਂਟੇਬਲ ਸਿੰਗੂਲਰ ਨਾਊਨ। ਹੁਣ ਅਨਕਾਊਂਟੇਬਲ ਸਿੰਗੂਲਰ ਨਾਊਨ ਕੀ ਹੋ ਗਿਆ ਰਾਜੇ, ਦੇਅਰ ਇਜ਼ ਸਮ ਵਾਟਰ। ਹੁਣ ਵਾਟਰ ਕੀ ਹੈ ਇੱਕ ਅਨਕਾਊਂਟੇਬਲ ਸਿੰਗੂਲਰ ਨਾਊਨ ਆ। ਸਮ ਮਿਲਕ, ਮਿਲਕ ਵੀ ਹੈ ਇੱਕ ਅਨਕਾਊਂਟੇਬਲ ਸਿੰਗੂਲਰ ਨਾਊਨ ਆ, ਠੀਕ ਹੈ। ਔਰ ਗ੍ਰੇਟ ਪਲੇਅਰਸ, ਹੁਣ ਦੇਖੋ ਸਮ ਆ ਗਿਆ, ਗ੍ਰੇਟ ਆ ਗਿਆ, ਪਲੇਅਰਸ, ਪਲੇਅਰਸ ਕੀ ਆ ਗਿਆ ਰਾਜੇ ਇਹ ਆ ਗਿਆ ਤੁਹਾਡਾ ਕਾਊਂਟੇਬਲ ਪਲੂਰਲ ਨਾਊਨ। ਆਲ ਰਾਈਟ, ਸੋ ਸਮ ਕਿੱਥੇ ਯੂਜ਼ ਕਰਨਾ ਜਿੱਥੇ ਸਿੰਗੂਲਰ ਅਤੇ ਪਲੂਰਲ ਨਾਊਨ ਯੂਜ਼ ਹੁੰਦੇ ਆ, ਪਲੱਸ ਉਹਦੇ ਨਾਲ ਜਿੱਥੇ ਇਹ ਬੇਸਿਕਲੀ ਯੂਜ਼ ਹੁੰਦਾ ਵਾ ਅਫਰਮੇਟਿਵ ਪੋਜ਼ੀਟਿਵ ਸੈਂਟੈਂਸਸ ਦੇ ਵਿੱਚ। ਨੈਕਸਟ ਟਾਈਪ ਇਜ਼ ਐਨੀ, ਯੂਜ਼ਡ ਫॉर ਅ ਸਮੋਲ ਕੁਐਂਟਿਟੀ ਇਨ ਨੈਗੇਟਿਵ ਔਰ ਇੰਟਰੋਗੇਟਿਵ ਸੈਂਟੈਂਸਸ। ਨਾਓ ਐਨੀ ਇਜ਼ ਯੂਜ਼ਡ ਵੈਨ ਵੀ ਆਰ ਸ਼ੋਇੰਗ ਐਨੀ ਕਾਈਂਡ ਆਫ ਸਮੋਲ ਕੁਐਂਟਿਟੀ especially in a negative as well as in interrogative sentences। ਜਦੋਂ ਕਿ ਨੈਗੇਟਿਵ ਸੈਂਟੈਂਸ ਆ ਰਿਹਾ ਵਾ ਪਲੱਸ ਜਾਂ ਫਿਰ ਕੋਈ ਇੰਟਰੋਗੇਟਿਵ ਹੁੰਦਾ ਵਾ ਪ੍ਰਸ਼ਨਵਾਚਕ ਜਿਹੜਾ ਆਪਣੇ ਕੋਲੇ ਸੈਂਟੈਂਸ ਆ ਵਾਕ ਆ ਉਹ ਚੱਲ ਰਿਹਾ, ਉਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਮੈਨੀ। ਇਟ ਇਜ਼ ਸੌਰੀ ਉਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਐਨੀ।
इट इज़ यूजड विद वर्ड्स नैगेटिव इन मीनिंग। ये कहते वो शब्दां ने यूज़ किया जाता जिन्हों का मतलब ਜਿਹੜੇ ਨੈਗੇਟਿਵ ਦੇ ਵਿੱਚ ਲਏ ਜਾਂਦੇ ਲਾਈਕ ਹਾਰਡਲੀ ਮਤਲਬ ਬਹੁਤ ਥੋੜਾ, ਵਿਦਆਊਟ ਮਤਲਬ ਬਿਨਾ, ਲਿਟਲ ਥੋੜਾ, ਫਿਊ, ਓਨਲੀ, ਸੈਲਡਮ ਮਤਲਬ ਕਦੇ ਕਦੇ, ਡਿਫਿਕਲਟੀ ਮਤਲਬ ਔਖਾ, ਟੂ ਫੇਲ, ਟੂ ਪ੍ਰੀਵੈਂਟ, ਟੂ ਅਵੋਇਡ। ਸੋ ਇਹ ਕੀ ਹੈ ਕੁਝ ਨੈਗੇਟਿਵ ਮੀਨਿੰਗ ਦੇ ਵਿੱਚ ਜਿਹੜੇ ਵਰਡਸ ਯੂਜ਼ ਕੀਤੇ ਜਾਂਦੇ ਉਹਨਾਂ ਨਾਲ ਯੂਜ਼ ਕੀਤਾ ਜਾਂਦਾ ਹੈ। ਫॉर एग्जांपल देयर आर नॉट एनी गुड बुक्स इन दिस शॉप। एक ही हो गया एक नेगेटिव सेंटेंस है। वाई इट्स नेगेटिव सेंटेंस बिकॉज वी हैव यूज्ड नॉट इन इट, ਤਾਂ ਕਰਕੇ ਕੀ ਹੈ ਇੱਕ ਨੈਗੇਟਿਵ ਸੈਂਟੈਂਸ ਆ। ਕਹਿੰਦੇ ਜਿਹੜੀ ਸ਼ੌਪ ਆ ਉਹਦੇ ਵਿੱਚ ਕੋਈ ਵੀ ਵਧੀਆ ਬੁੱਕਸ ਨਹੀਂ ਹੈਗੀ, ਮਤਲਬ ਨੈਗੇਟਿਵ ਸੈਂਸ 'ਚ ਯੂਜ਼ ਕੀਤਾ ਆਪਾਂ ਐਨੀ, ਦੇयर ਆਰ ਨॉट ਐਨੀ ਗੁੱਡ ਬੁੱਕਸ, ਕਿ ਕੋਈ ਵੀ ਇੱਥੇ ਵਧੀਆ ਬੁੱਕਸ ਨਹੀਂ ਹਨ, ਨੈਗੇਟਿਵ ਸੈਂਸ ਹੋ ਗਈ। ਓਕੇ, ਸੈਕਿੰਡ ਵਨ, ਇਜ਼ ਦੇयर ਐਨੀ ਡਾਊਟ ਇਨ ਯੂਰ ਮਾਈਂਡ। ਇੰਟਰੋਗੇਟਿਵ, ਜਦੋਂ ਕਿਸੇ ਨੂੰ ਆਪਾਂ ਇੰਟਰੋਗੇਟ ਕਰਨਾ ਵਾ ਉਦੋਂ ਵੀ ਆਪਾਂ ਯੂਜ਼ ਕਰਦੇ ਸੇਮ, ਕਿ ਕੀ ਤੁਹਾਡੇ ਦਿਮਾਗ ਦੇ ਵਿੱਚ ਹਲੇ ਵੀ ਕੋਈ ਡਾਊਟ ਹੈ। ਸੋ ਜਦੋਂ ਆਪਾਂ ਇੰਟਰੋਗੇਟਿਵ ਸੈਂਟੈਂਸਿਸ ਯੂਜ਼ ਕਰਦੇ ਹਾਂ ਪਲੱਸ ਜਿੱਥੇ ਆਪਾਂ ਨੈਗੇਟਿਵ ਸੈਂਟੈਂਸਿਸ ਯੂਜ਼ ਕਰਦੇ ਹਾਂ ਦੇयर ਵੀ ਯੂਜ਼ਲੀ ਯੂਜ਼ ਦ ਵਰਡ ਐਨੀ। ਥਰਡ ਵਨ ਇਜ਼ ਦੇयर ਇਜ਼ ਹਾਰਡਲੀ ਐਨੀ ਪਰਸਨ ਹੂ ਡਿਸਲਾਈਕਸ ਹਿਮ, ਮੀਨਸ नो वन ਕੀ ਹੋ ਗਿਆ ਕਿ ਕੋਈ ਵੀ ਨਹੀਂ। ਹਾਰਡਲੀ ਹੁੰਦਾ ਵਾ ਕਿ ਸ਼ਾਇਦ ਹੀ ਕੋਈ ਹੋਵੇ, ਕਹਿੰਦੇ ਸ਼ਾਇਦ ਹੀ ਕੋਈ ਪਰਸਨ ਇੱਥੇ ਇੱਦਾਂ ਦਾ ਹੋਊਗਾ ਜਿਹੜਾ ਉਹਨੂੰ ਡਿਸਲਾਈਕ ਕਰਦਾ ਹੈ। ਓਕੇ, नेक्स्ट करते हैं राजी नो। इट इज़ यूज्ड फॉर नेगेटिव एक्सप्रैशन विद सिंगुलर और प्लूरल नाउन्स मीनिंग नॉट एनी और नथिंग ऑफ। नो ਜਿਹੜਾ ਕਹਿੰਦੇ ਯੂਜ਼ ਕੀਤਾ ਜਾਂਦਾ ਵਾ ਨੈਗੇਟਿਵ ਐਕਸਪ੍ਰੈਸ਼ਨਸ ਦੇ ਲਈ, ਕਿਹਦੇ ਵਿੱਚ ਪਲੱਸ ਸਿੰਗੂਲਰ ਐਂਡ ਪਲੂਰਲ ਬੋਥ ਕਾਈਂਡਸ ਜਿਹੜੀਆਂ ਨਾਊਨਸ ਦੀਆਂ ਉਹਦੇ ਨਾਲ, ਜਿਹਦਾ ਮੀਨਿੰਗ ਹੁੰਦਾ ਵਾ ਨॉट ਐਨੀ ਕਿ ਕੋਈ ਵੀ ਨਹੀਂ ਜਾਂ ਫਿਰ ਨਥਿੰਗ ਕੁਝ ਵੀ ਨਹੀਂ। ਲੈਟ ਅਸ ਸੀ ਇਟਸ ਐਗਜ਼ਾਮਪਲ, आई हैव नो एनिमीज़, मतलब मेरे कोई भी दुश्मन नहीं हैं। एक ही हो गया कि नैगेटिव सेंस दे विच सेंटेंस यूज़ होया। देयर इज़ नो स्कोप ऑफ लैग्जिटी इन दिस केस। नैक्सट इनफ, इनफ की आ गया राजे जो आप कह दें कि काफ़ी आ, इनफ आप कह दें दैट्स इनफ कि बहुत हो गया, उदों आप यूज़ करते हैं इनफ। इट इज़ यूज टू कन्वे द नैसेसरी क्वांटिटी और अमाउंट बाय प्लेसिंग बिफोर सिंगुलर अनकाउंटेबल नाउन और प्लूरल काउंटेबल नाउन्स। कहते ਜਿਹੜਾ ਇਨਫ ਹੈ ਕਦੋਂ ਯੂਜ਼ ਕੀਤਾ ਜਾਂਦਾ ਵਾ ਜਦੋਂ ਆਪਾਂ ਕਨਵੇ ਕਰਨਾ ਵਾ ਕੋਈ ਮੈਸੇਜ ਨੂੰ ਪਲੱਸ ਕਾਹਦੀ ਨੈਸੈਸਰੀ ਕੁਆਂਟਿਟੀ ਕਿ ਜ਼ਰੂਰੀ ਕੁਆਂਟਿਟੀ ਜਾਂ ਫਿਰ ਅਮਾਊਂਟ ਕਿਸੇ ਚੀਜ਼ ਦੀ, ਪਲੱਸ ਇਹਨੂੰ ਆਪਾਂ ਕਦੋਂ ਯੂਜ਼ ਕਰਦੇ ਹਾਂ ਸਿੰਗੂਲਰ ਅਨਕਾਊਂਟੇਬਲ ਨਾਊਨ ਦੇ ਅੱਗੇ ਜਾਂ ਫਿਰ ਪਲੂਰਲ ਕਾਊਂਟੇਬਲ ਨਾਊਨਸ ਦੇ ਅੱਗੇ। ਲੈਟ ਅਸ ਸੀ ਇਟਸ ਐਗਜ਼ਾਮਪਲ, देयर इज़ इनफ टाइम कि हले काफ़ी समा है। हुण जिहड़ा टाइम आ वो की है अनकाउंटेबल नाउन आ। ओके, सो सैकेंड ही हैज़ इनफ मनी, अगेन इट्स अनकाउंटेबल नाउन कि उहदे कोल काफ़ी पैसा है, मतलब कि जो आप एक क्वांटिटी दस दें कि काफ़ी टाइम है, काफ़ी पैसा है, उदों आप यूज़ करते हैं इनफ। नैक्सट वन इज़ मच, इट इज़ यूज टू कन्वे अ प्लेंटी ऑफ। मच होंदा वा बहुत ज़्यादा, प्लेंटी होंदा बहुत ज़्यादा, अ ग्रेट डील और अ लार्ज क्वांटिटी, मतलब कि बहुत ज़्यादा क्वांटिटी दे विच कोई चीज़ होना या किसी भी चीज़ बारे गल करना। इट इज़ प्रेफर्ड इन नैगेटिव एंड इंट्रोगेटिव सेंटेंसिस। मच यूज़ किया जाता कहते मोस्टली नैगेटिव प्लस इंट्रोगेटिव सेंटेंसिस दे विच। ही हैज़ंट गॉट मच टाइम, मतलब उसनू ज़्यादा समा नहीं मिलिया, नैगेटिव सेंटेंस। इन अफर्मेटिव सेंटेंसिस इट इज़ यूज्ड इन फॉर्मल स्टेटमेंट्स। कहते ਜਿਹੜੇ पॉजिटिव सेंटेंसिस ਹੁੰਦੇ ਆ ਉਹਦੇ ਵਿੱਚ ਇਹ ਅਕਸਰ ਇੱਕ फॉर्मल स्टेटमेंट ਹੁੰਦੀ ਆ, ਉਹਦੇ ਵਿੱਚ ਹੀ यूज़ ਕੀਤਾ ਜਾਂਦਾ। फॉर एग्जाम्पल, मच मनी इज़ स्पेंट ऑन हैल्थ केयर, कि ज़्यादातर पैसा कादे उपर स्पेंड होना चाहिए वा हैल्थ केयर दे उपर। ऑल राइट, सो मच इज़ यूज्ड in a negative as well as in interrogative sentences. Next one is yes it is, next one is more. It is used to convey a greater quantity. more ਆਪਾਂ ਕਹਿੰਦੇ ਵੀ ਜ਼ਿਆਦਾ, ਇਸ ਤੋਂ ਵੀ ਜ਼ਿਆਦਾ। ਜਦੋਂ ਕਹਿੰਦੇ greater quantity ਹੋਵੇ ਉਦੋਂ ਆਪਾਂ यूज़ ਕਰਦੇ ਹਾਂ more. For example, we must spend more money in creating world class sports facilities, कि ਆਪਾਂ ਨੂੰ ज़्यादा पैसा कितने स्पेंड करना चाहिए वा कि ਆਪਾਂ वर्ल्ड क्लास दियाँ मतलब टॉप लैवल दियाँ स्पोर्ट्स फैसिलिटीज़ सुविधावां प्राप्त किसी नूं कर सकीए। फिर मोर वर्किंग हैंड्स विल हैल्प टू अचीव द एम फास्टर, कहते जिन्ने ज़्यादा हाथ होणगे हैल्प करने के लिए उन्नी ही जल्दी आप किसी भी एम नू मकसद नू हासिल कर सकते हैं। सो मोर कि यूज़ होंदा वा अ ग्रेटर क्वांटिटी, कि जो आप ज़्यादा क्वांटिटी दसनी होवे। लैस, इट इज़ यूज टू कन्वे स्मॉलर क्वांटिटी।
ਹੁਣ ਮੋਰ ਦਾ ਆਪੋਜ਼ਿਟ ਲੈਸ। ਲੈਸ ਕਾਹਦੇ ਲਈ ਯੂਜ਼ ਹੁੰਦਾ ਵਾ? ਆ ਸਮੋਲਰ, ਬਹੁਤ ਥੋੜੀ ਕੁਆਂਟਿਟੀ ਦੇ ਲਈ। ਫੋਰ ਐਗਜ਼ਾਮਪਲ ਹੀ ਟੇਕਸ ਲੈਸ ਸ਼ੂਗਰ ਇਨ ਹਿਸ ਟੀ, ਕਿ ਉਹ ਬਹੁਤ ਘੱਟ ਸ਼ੂਗਰ ਲੈਂਦਾ ਹੈ ਆਪਦੀ ਟੀ ਦੇ ਵਿੱਚ। ਆਈ ਵਿਲ ਟੇਕ ਲੈਸ ਦੈਨ 5 ਮਿੰਟਸ ਟੂ ਗੈਟ ਰੈਡੀ, ਕਿ ਮੈਨੂੰ 5 ਮਿੰਟ ਤੋਂ ਵੀ ਘੱਟ ਟਾਈਮ ਲੱਗੂਗਾ ਤਿਆਰ ਹੋਣ ਦੇ ਵਿੱਚ। ਸੋ ਇਹ ਕੀ ਹੋ ਗਿਆ? ਬਹੁਤ ਹੀ ਛੋਟੀ ਜਦੋਂ ਕੁਆਂਟਿਟੀ ਦੀ ਆਪਾਂ ਗੱਲ ਕਰਨੇ ਆ। Next one is Raje, interrogative determiners. Now what do we mean by interrogative determiners? Those which are used to ask any kind of question, those are called interrogative determiners. In addition to the above forms of determiners, we can look at interrogative determiners also to develop a better understanding of determiners. For example, what are the interrogative determiners? There are 3 interrogative determiners. Number 1 is what, whose and which. First of all, let us look at the examples of what. Now what, it is used to ask information about something. what ਆਪਾਂ ਕਦੋਂ यूज़ ਕਰਦੇ ਹਾਂ? ਜਦੋਂ ਆਪਾਂ ਕਿਸੇ ਵੀ ਇਨਫੋਰਮੇਸ਼ਨ ਬਾਰੇ ਕਿਸੇ ਨੂੰ ਪੁੱਛਣਾ ਹੋਵੇ। on that place we used what. for example, what is your name? ਕੀ ਪੁੱਛ ਰਹੇ ਹਾਂ ਆਪਾਂ? ਇਨਫੋਰਮੇਸ਼ਨ, ਕਿਸੇ ਦੇ ਨਾਮ ਦੀ ਇਨਫੋਰਮੇਸ਼ਨ ਪੁੱਛ ਰਹੇ ਹਾਂ। what is your name? ਓਕੇ, ਜਿਵੇਂ ਆ ਗਿਆ what do you want to do in life, ਕਿ ਤੁਸੀਂ ਆਪਦੀ ਲਾਈਫ ਵਿੱਚ ਕੀ ਕਰਨਾ ਚਾਹੁੰਦੇ ਹੋ। ਆਪਾਂ ਕਾਹਦੇ ਬਾਰੇ ਪੁੱਛ ਰਹੇ ਹਾਂ? ਕਿ ਲਾਈਫ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ। what would you need for the evening function, ਕਿ ਤੁਹਾਨੂੰ ਈਵਨਿੰਗ ਦੇ ਫੰਕਸ਼ਨ ਦੇ ਲਈ ਕੀ ਦੀ ਲੋੜ ਆ। ਅਗੇਨ ਵੀ ਆਰ ਟੇਕਿੰਗ ਐਨੀ ਕਾਈਂਡ ਆਫ ਇਨਫੋਰਮੇਸ਼ਨ ਹੀ ਲੈ ਰਹੇ ਹਾਂ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਦੀ, ਠੀਕ ਹੈ। what is the time now, ਹੁਣ ਟਾਈਮ ਨਾਓ ਦੇ ਵਿੱਚ ਵੀ ਆਪਾਂ ਕੀ ਆ? ਇੱਕ ਇਨਫੋਰਮੇਸ਼ਨ ਬਾਰੇ ਪੁੱਛ ਰਹੇ ਹਾਂ। ਕਿਹਦੇ ਬਾਰੇ? ਟਾਈਮ ਦੇ ਬਾਰੇ। ਸੋ ਵਾਟ ਕਦੋਂ ਯੂਜ਼ ਹੁੰਦਾ ਵਾ? ਜਦੋਂ ਆਪਾਂ ਇਨਫੋਰਮੇਸ਼ਨ ਬਾਰੇ ਪੁੱਛਣਾ ਵਾ, ਉਹ ਕਿਸੇ ਵੀ ਚੀਜ਼ ਨਾਲ ਰਿਲੇਟਡ ਹੋ ਸਕਦੀ ਹੈ। whose, ਨਾਓ ਇਟ ਇਜ਼ ਯੂਜ਼ਡ ਟੂ ਆਸਕ ਅਬਾਊਟ possession। ਇਹਦੀ ਆਪਾਂ ਅਲੱਗ ਕੈਟੇਗਰੀ ਵੀ ਕਰ ਚੁੱਕੇ ਹਾਂ। ਪੋਜੈਸ਼ਨ ਕੀ ਹੁੰਦਾ? ਕਿ ਆਪਣੀ ਪੋਜੈਸਿਵਨੈਸ ਸ਼ੋ ਹੋਵੇ ਕਿ ਇਹ ਚੀਜ਼ ਮੇਰੀ ਆ। ਦਿਸ ਪੈਨ ਇਜ਼ ਮਾਈਨ, ਦਿਸ ਬੁੱਕ ਇਜ਼ ਮਾਈਨ, ਐਟਸੈਟਰਾ। ਨਾਓ ਹੂਜ਼ ਬੁੱਕ ਇਜ਼ ਦਿਸ, ਕਿ ਇਹ ਬੁੱਕ ਕਿਸ ਦੀ ਹੈ? ਮਤਲਬ ਕਿ ਕਿਸੇ ਖਾਸ ਪਰਸਨ ਦੀ ਹੋਊਗੀ, ਇੱਕ ਦੀ। ਇਹ ਤਾਂ ਨਹੀਂ ਹੈਗਾ ਕਿ ਸਾਰੀ ਕਲਾਸ ਦੀ ਆ। ਸੋ ਇੱਕ ਪਰਸਨ ਦੀ। ਹੂਜ਼ ਬੁੱਕ ਇਜ਼ ਦਿਸ। ਸੈਕਿੰਡ, ਹੂਜ਼ ਪੈਨਸਿਲਸ ਆਰ ਦੀਸ, ਇਹ ਪੈਨਸਿਲਸ ਕਿਹਦੀਆਂ ਹਨ? ਮਤਲਬ ਕਿਸੇ ਵਿਅਕਤੀ ਦੀਆਂ ਪੈਨਸਿਲਸ ਹਨ, ਉਹਦਾ ਉਹਦੇ 'ਤੇ ਪੋਜੈਸ਼ਨ ਆ। ਬਿਕੋਜ਼ ਹੀ ਹੈਜ਼ ਬੌਟ ਦੋਜ਼ ਪੈਨਸਿਲਸ, ਕਿਉਂਕਿ ਉਹ ਪੈਨਸਿਲਸ ਉਹਨੇ ਖਰੀਦੀਆਂ ਹਨ। whose place whose place is he staying in, ਕਿ ਕਿਹੜੀ ਜਗ੍ਹਾ 'ਤੇ ਉਹ ਰਹਿ ਰਿਹਾ ਹੈ। alright, next ਕਰਦੇ ਹਾਂ। okay, so next one is third and last type of determiner, especially interrogative determiner is which. now which ਤੁਹਾਨੂੰ ਪਤਾ ਹੈ ਕਿ ਆਪਾਂ ਕਹਿ ਦਿੰਦੇ ਹਾਂ ਕਿਹੜਾ ਜਾਂ ਫਿਰ ਜਿਹੜਾ, ਹੈ ਨਾ। it is used for asking choice, ਜਦੋਂ ਆਪਾਂ ਆਪਦੀ ਚੋਇਸ ਦੱਸਣੀ ਹੋਵੇ ਰਾਜੇ, ਉਦੋਂ ਆਪਾਂ ਯੂਜ਼ ਕਰਦੇ ਹਾਂ which. for example, let us take few examples. which road leads to Moga, ਕਿ ਇਹਦੇ ਵਿੱਚੋਂ ਕਿਹੜਾ ਰੋਡ ਮੋਗੇ ਦੀ ਤਰਫ ਜਾਂਦਾ ਹੈ। ਮਤਲਬ there are 2 roads, possibility ਹੈ ਕਿ ਉੱਥੇ 2 roads ਆ, ਉਹਦੇ ਵਿੱਚੋਂ ਆਪਾਂ ਇੱਕ ਰੋਡ ਪੁੱਛ ਰਹੇ ਹਾਂ ਕਿ ਇਹ ਦੋਵਾਂ ਦੇ ਵਿੱਚੋਂ ਕਿਹੜਾ ਰੋਡ ਮੋਗੇ ਸਾਈਡ ਨੂੰ ਜਾਂਦਾ ਹੈ। alright, second, which of these is your favorite book, ਮਤਲਬ ਕਿ ਇਹਨਾਂ ਵਿੱਚੋਂ ਤੁਹਾਡੀ ਫੇਵਰੇਟ ਬੁੱਕ ਕਿਹੜੀ ਆ। ਹੁਣ ਇੱਥੇ ਕੀ ਪੋਸੀਬਿਲਿਟੀ ਆ ਕਿ ਆਪਾਂ ਬੰਦੇ ਦੀ ਚੋਇਸ ਪੁੱਛ ਰਹੇ ਹਾਂ। ਕਈਆਂ ਨੂੰ ਕਾਰਟੂਨਿੰਗ ਬੁੱਕਸ ਪਸੰਦ ਆ, ਕਈਆਂ ਨੂੰ ਥ੍ਰਿਲਿੰਗ ਬੁੱਕਸ ਪਸੰਦ ਆ, ਜਿਹਦੇ ਥ੍ਰਿਲਿੰਗ ਮੂਵੀਜ਼ ਪਸੰਦ ਆ ਕਈਆਂ ਨੂੰ, ਹੈ ਨਾ। alright, next, which route is shorter, ਅਗੇਨ ਉੱਥੇ 2 ਰੂਟਸ ਆ, ਜਾਂ ਫਿਰ ਉਦੋਂ ਵੱਧ ਵੀ ਹੋ ਸਕਦੇ ਆ। ਹੁਣ ਕਹਿੰਦੇ ਕਿਹੜਾ ਰੂਟ ਇਹਨਾਂ ਦੇ ਵਿੱਚੋਂ ਛੋਟਾ ਹੈ। ਇੱਥੇ ਆਪਾਂ ਕੀ ਪੁੱਛ ਰਹੇ ਹਾਂ? ਅਗੇਨ ਵੀ ਆਰ ਆਸਕਿੰਗ ਅਬਾਊਟ choice. so interrogative determiners are of 3 kinds, that was which, whose and what. ਇਹਨੂੰ ਚੰਗੀ ਤਰ੍ਹਾਂ ਇੱਕ ਵਾਰ ਰੀਡ ਕਰ ਲਿਆ। today we have finished our topic which we have started on Monday, that was determiners. so I hope you all have understood. now let us see, it's one exercise for practice, so you have to solve it out. okay, this is your exercise. I want dash apple from the basket. देखो, fill in the blanks with appropriate article a and the, or leave the space if no article is needed. ਇਹਦੇ ਵਿੱਚ ਸਿਰਫ a and the 3 ਆਰਟੀਕਲ ਹੀ ਯੂਜ਼ ਹੋਣੇ ਆ, ਤੇ ਇਹਦੇ ਵਿੱਚ ਕਈ ਬਲੈਂਕਸ ਇੱਦਾਂ ਦੀਆਂ ਵੀ ਨੇ ਜਿਹਦੇ ਵਿੱਚ ਕੋਈ ਵੀ ਆਰਟੀਕਲ ਆਪਾਂ ਯੂਜ਼ ਨਹੀਂ ਕਰਨਾ। ਕੋਸ਼ਿਸ਼ ਕਰਿਓ ਇਹਨੂੰ ਆਪਣੇ ਆਪ ਕਰਨ ਦੀ। ਇਹਨੂੰ ਸੋਲਵ ਕਰੋ ਤੇ ਸੋਲਵ ਕਰਕੇ ਮੈਨੂੰ ਦੱਸਿਓ ਕਿ ਤੁਹਾਡੇ ਕਿੰਨੇ ਆਨਸਰਸ ਸਹੀ ਹੁੰਦੇ ਆ। alright, ਚਲੋ, I want dash apple from the basket. ਹੁਣ ਇੱਥੇ ਏ ਦੀ ਸਾਊਂਡ ਆ ਰਹੀ ਹੈ, ਵੋਵਲ ਰੱਖ ਰਿਹਾ, ਤਾਂ ਕਰਕੇ ਇੱਥੇ ਕੀ ਆ ਜਾਏਗਾ? ਐਨ ਐਪਲ। ਸੈਕਿੰਡ, ਡੈਸ਼ ਚਰਚ ਔਨ ਦੀ ਕਾਰਨਰ ਇਜ਼ ਪ੍ਰੋਗਰੈਸਿਵ। ਸੋ ਬੱਚੇ, ਇਹ ਤੁਸੀਂ ਆਪਣੇ ਆਪ ਸਾਰੇ ਜਿਹੜੇ ਸੈਂਟੈਂਸਸ ਆ 10, ਇਹ ਤੁਸੀਂ ਆਪਣੇ ਆਪ ਕਰਕੇ ਮੈਨੂੰ ਸੋਲਵ ਕਰਕੇ ਦਿਖਾਉਣੇ ਆ। alright, God bless you ਬੇਟਾ।